ਕਪੈਸਟਰਸ ਨੂੰ ਇਕੱਠਿਆਂ ਕੰਬਾਈਨ ਕਰਕੇ ਉਹਨਾਂ ਤੋਂ ਅਸੀਂ ਡਿਫਰੈਂਟ ਵੈਲਿਊਜ਼ ਆਫ ਕਪੈਸਟੈਂਸਿਸ ਲੈ ਸਕਦੇ ਹਾਂ। ਇਸ ਲਈ ਦੋ ਤਰੀਕਿਆਂ ਦੇ ਨਾਲ ਕਪੈਸਟਰਸ ਨੂੰ ਜੋੜ ਸਕਦੇ ਹਾਂ। ਪਹਿਲੇ ਦੇ ਵਿੱਚ ਦੇਖਾਂਗੇ ਅਸੀਂ ਵੀ ਜੇਕਰ ਅਸੀਂ ਕਿਸੇ ਤਿੰਨ ਕਪੈਸਟਰਸ ਨੂੰ ਕੰਸੀਡਰ ਕਰ ਲਈਏ ਜਿਨ੍ਹਾਂ ਦੀ ਕਪੈਸਟੈਂਸ C1 C2 ਅਤੇ C3 ਹੋਵੇ ਤੇ ਉਹਨਾਂ ਨੂੰ ਅਸੀਂ ਪਹਿਲੇ ਤਰੀਕੇ ਨਾਲ ਜੋੜੀਏ ਜਿਹਨੂੰ ਅਸੀਂ ਸੀਰੀਜ਼ ਕੰਬੀਨੇਸ਼ਨ ਕਹਿੰਦੇ ਹਾਂ ਤਾਂ ਉਹ ਕਿਸ ਤਰੀਕੇ ਨਾਲ ਹੋਏਗੀ। ਸੋ ਜੇਕਰ ਪਹਿਲਾ ਕਪੈਸਟਰ ਮੇਰੇ ਕੋਲ ਇੱਥੇ ਆ ਸੋ ਮੈਂ ਇਹਨੂੰ ਇਸ ਤਰੀਕੇ ਨਾਲ ਬਣਾ ਲੈਣਾ। ਦੂਸਰਾ ਕਪੈਸਟਰ ਮੇਰੇ ਕੋਲ ਇਹਦੇ ਨਾਲ ਮੈਂ ਇਸੇ ਤਰੀਕੇ ਨਾਲ ਅੱਗੇ ਸੀਰੀਜ਼ ਜੋੜ ਦਿੰਦਾ। ਤੀਸਰਾ ਕਪੈਸਟਰ ਮੈਂ ਅੱਗੇ ਇਸੇ ਤਰੀਕੇ ਨਾਲ ਜੋੜ ਦਿੰਦਾ ਐਂਡ ਜਿਹੜੇ ਐਂਡ ਪੁਆਇੰਟਸ ਨੇ ਇਹਨਾਂ ਦੇ ਵਿੱਚ ਆਪਾਂ ਇੱਕ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰ ਦਈਏ ਵਿਦ ਦੀ ਹੈਲਪ ਆਫ ਏ ਬੈਟਰੀ। ਤਾਂ ਇਸ ਕੰਬੀਨੇਸ਼ਨ ਨੂੰ ਅਸੀਂ ਸੀਰੀਜ਼ ਕੰਬੀਨੇਸ਼ਨ ਆਫ ਜੁਆਇਨਿੰਗ ਦੀ ਕਪੈਸਟਰਸ ਕਹਿੰਦੇ ਆ। ਸੋ ਪਹਿਲਾ ਕਪੈਸਟਰ ਆ ਮੇਰੇ ਕੋਲ ਜਿਹਦੀ ਕਪੈਸਟੈਂਸ C1 ਆ, ਦੂਸਰਾ ਕਪੈਸਟਰ C2 ਆ ਤੇ ਤੀਸਰਾ ਕਪੈਸਟਰ C3 ਆ ਤੇ ਇਸ ਤਰੀਕੇ ਨਾਲ ਜੇ ਇਹਨੂੰ ਜੋੜੀਏ ਤਾਂ ਇਹਨੂੰ ਕਹਿੰਦੇ ਆ ਸੀਰੀਜ਼ ਕੰਬੀਨੇਸ਼ਨ। ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਕੀ ਹੋਏਗਾ ਦੇਖੋ, ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ, ਪੋਜ਼ਿਟਿਵ ਟਰਮੀਨਲ ਦਾ ਮਤਲਬ ਆ ਜਿਹੜਾ ਕਿ ਨੈਗੇਟਿਵ ਚਾਰਜਸ ਨੂੰ ਆਪਣੇ ਵੱਲ ਅਟਰੈਕਟ ਕਰੇਗਾ। ਸੋ ਬੈਟਰੀ ਦੇ ਪਹਿਲੀ ਪਲੇਟ ਤੋਂ ਨੈਗੇਟਿਵ ਚਾਰਜਸ ਨੂੰ ਖਿੱਚਿਆ ਜਾਊਗਾ। ਮੀਨਸ ਇਹ ਪਹਿਲੀ ਪਲੇਟ ਦੇ ਦੋਨੇ ਪਾਸੇ ਪੋਜ਼ਿਟਿਵ ਚਾਰਜ ਸਾਡੇ ਕੋਲ ਆ ਗਿਆ। ਜਦੋਂ ਪੋਜ਼ਿਟਿਵ ਚਾਰਜ ਪਹਿਲੀ ਪਲੇਟ ਤੇ ਆ ਗਿਆ, ਸਪੋਜ਼ ਕਰੀਏ +Q ਚਾਰਜ ਆ ਗਿਆ, ਇਹਦੇ ਇਲੈਕਟ੍ਰਿਕ ਫੀਲਡ ਕਰਕੇ ਸੈਕਿੰਡ ਪਲੇਟ ਦੇ ਚਾਰਜਸ ਇੰਡਿਊਸ ਹੋਣਗੇ। ਮੀਨਸ ਸੈਕਿੰਡ ਪਲੇਟ ਦੇ ਲੈਫਟ ਸਾਈਡ ਦੇ ਉੱਤੇ ਨੈਗੇਟਿਵ ਚਾਰਜ ਆ ਜਾਏਗਾ ਐਂਡ ਰਾਈਟ ਵਾਲੇ ਪਾਸੇ ਪੋਜ਼ਿਟਿਵ ਚਾਰਜ ਹੋਏਗਾ ਜਿਹੜਾ ਫਲੋ ਕਰਕੇ ਅੱਗੇ C2 ਦੀ ਫਸਟ ਪਲੇਟ ਦੇ ਉੱਤੇ ਪਹੁੰਚ ਜਾਏਗਾ। ਮਾਈਂਡ ਕਰਿਓ ਵੀ ਇੱਥੇ ਜਿੰਨਾ ਪੋਜ਼ਿਟਿਵ ਚਾਰਜ ਆਇਆ ਉਨਾ ਹੀ ਇੱਥੇ ਨੈਗੇਟਿਵ ਆਇਆ, ਇਹਦੇ ਬਰਾਬਰ ਦਾ ਹੀ ਪੋਜ਼ਿਟਿਵ ਚਾਰਜ ਅੱਗੇ ਗਿਆ। ਹੁਣ ਉਸੇ ਤਰੀਕੇ ਦੇ ਨਾਲ ਇੱਧਰਲੇ ਪਾਸੇ ਨੈਗੇਟਿਵ ਤੇ ਪੋਜ਼ਿਟਿਵ ਚਾਰਜ ਆ ਜਿਹੜਾ ਉਹ ਮੇਰਾ ਅੱਗੇ ਫਲੋ ਕਰਕੇ ਅਗਲੇ ਕਪੈਸਟਰ 'ਤੇ ਚਲਿਆ ਗਿਆ। ਇਸ ਗੱਲ ਨੂੰ ਸਮਝਣ ਦਾ ਮਤਲਬ ਸਿਰਫ ਇੰਨਾ ਹੀ ਆ ਵੀ ਜਿੰਨਾ ਚਾਰਜ ਪਹਿਲੀ ਪਲੇਟ ਦੇ ਉੱਤੋਂ ਸ਼ੁਰੂ ਹੋਇਆ ਸੀ ਉਨਾ ਹੀ ਚਾਰਜ ਸਾਡਾ ਸਰਕਲ ਕੰਪਲੀਟ ਕਰਕੇ ਕੀ ਕਲੋਜ਼ ਕਰਨ ਦੇ ਨਾਲ ਹੀ ਇਹ ਫਲੋ ਕਰਨਾ ਸਟਾਰਟ ਕਰ ਜਾਏਗਾ। ਸੋ ਜੇਕਰ ਪੋਟੈਂਸ਼ੀਅਲ V ਸਾਡੇ ਕੋਲ ਬੈਟਰੀ ਨੇ ਅਪਲਾਈ ਕੀਤਾ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ, ਤਾਂ ਪੋਟੈਂਸ਼ੀਅਲ ਡ੍ਰੌਪ ਪਹਿਲੇ ਕਪੈਸਟਰ ਦੇ ਉੱਤੇ ਅਸੀਂ ਮੰਨ ਲਈਏ V1 ਹੋਇਆ, ਦੂਸਰੇ ਕਪੈਸਟਰ ਦੇ ਵਿੱਚ ਪੋਟੈਂਸ਼ੀਅਲ ਡ੍ਰੌਪ V2 ਹੋਇਆ ਤੇ ਤੀਸਰੇ ਦੇ ਵਿੱਚ V3 ਹੋਇਆ। ਪੋਟੈਂਸ਼ੀਅਲ ਡ੍ਰੌਪ ਦਾ ਮਤਲਬ ਕੀ ਹੋਇਆ? ਡ੍ਰੌਪ ਦਾ ਮਤਲਬ ਇੱਥੇ ਪਾਣੀ ਦੇ ਤੁਪਕੇ ਤੋਂ ਨਹੀਂ ਹੈ, ਡ੍ਰੌਪ ਦਾ ਮਤਲਬ ਹੈ ਇੱਥੇ ਡਿੱਗਿਆ, ਪੋਟੈਂਸ਼ੀਅਲ ਡਿਕਰੀਜ਼ ਹੋਇਆ। ਕਿਉਂ? ਕਿਉਂਕਿ ਇਹ ਯੂਜ਼ ਹੋਇਆ। ਕਾਹਦੇ ਵਾਸਤੇ ਯੂਜ਼ ਹੋਇਆ? ਜਦੋਂ ਪਹਿਲੀ ਪਲੇਟ ਦੇ ਉੱਤੇ ਪੋਜ਼ਿਟਿਵ ਚਾਰਜ ਆਇਆ ਵਿਦ ਦੀ ਹੈਲਪ ਆਫ ਬੈਟਰੀ, ਤਾਂ ਦੂਸਰੀ ਪਲੇਟ ਤੋਂ ਜਿਹੜਾ ਨੈਗੇਟਿਵ ਚਾਰਜ ਕੀ ਆ, ਇਟ ਇਜ਼ ਦੀ ਐਬਸੈਂਸ ਆਫ ਪੋਜ਼ਿਟਿਵ ਚਾਰਜ, ਜਾਂ ਕਹਿ ਦਈਏ ਵੀ ਨੈਗੇਟਿਵ ਚਾਰਜ ਨੂੰ ਡਿਸਪਲੇਸ ਕਰਨ ਤੇ ਵਰਕ ਹੈਜ਼ ਟੂ ਬੀ ਡਨ ਬਾਈ ਦੀ ਬੈਟਰੀ। ਤਾਂ ਜਿਹੜਾ ਵਰਕ ਡਨ ਹੋਇਆ ਉਹਦੇ ਕਰਕੇ ਪੋਟੈਂਸ਼ੀਅਲ ਸਾਡਾ ਡ੍ਰੌਪ ਹੋਇਆ ਐਟ ਈਚ ਸਟੇਜ। ਤਾਂ ਇਹਦਾ ਮਤਲਬ ਇਹ ਹੋਇਆ ਵੀ ਪਹਿਲੇ ਕਪੈਸਟਰ ਦੇ ਅਕ੍ਰੋਸ ਜਿਹੜਾ ਸਾਡਾ ਪੋਟੈਂਸ਼ੀਅਲ ਹੈ ਉਹਨੂੰ ਅਸੀਂ ਮੰਨ ਲੈਂਦੇ ਹਾਂ V1 ਤੇ ਦੂਸਰੇ ਤੇ V2 ਮੰਨ ਲਈਏ ਐਂਡ ਤੀਸਰੇ ਦੇ ਅਗੇਂਸਟ ਅਸੀਂ V3 ਮੰਨ ਲਈਏ। ਤੇ ਜੇ ਕਹੀਏ ਵੀ ਪੋਟੈਂਸ਼ੀਅਲ ਸਾਡਾ ਡਿਵਾਈਡ ਹੋ ਗਿਆ ਤਾਂ ਇਹ ਕੋਈ ਗਲਤ ਗੱਲ ਨਹੀਂ ਹੋਏਗੀ ਅਕ੍ਰੋਸ ਦੀ 3 ਕਪੈਸਟਰਸ। ਜੇ ਪੋਟੈਂਸ਼ੀਅਲ ਡਿਵਾਈਡ ਹੋ ਗਿਆ ਤਾਂ ਇਹਦਾ ਮਤਲਬ ਅਸੀਂ ਇਹ ਲਿਖ ਸਕਦੇ ਹਾਂ ਵੀ V ਆ ਜਿਹੜੀ ਸਾਡੀ ਟੋਟਲ, ਇਟ ਇਜ਼ ਦੀ ਸਮ ਆਫ V1 + V2 ਐਂਡ V3, ਤਿੰਨੇ ਪੋਟੈਂਸ਼ੀਅਲਸ ਦਾ ਸਮ ਹੋਏਗਾ। ਇਹਨੂੰ ਅਸੀਂ ਯਾਦ ਰੱਖਣਾ। ਇਹੀ ਸਾਡੀ ਇਕੁਏਸ਼ਨ ਆ ਜਿਹੜੀ ਉਹ ਸਾਨੂੰ ਹੈਲਪ ਕਰੇਗੀ ਟੂ ਡਰਾਈਵ ਏ ਰਿਲੇਸ਼ਨ ਵੈਨ ਦੀ ਕਪੈਸਟਰਸ ਆਰ ਜੁਆਇਨਡ ਇਨ ਸੀਰੀਜ਼। ਹੁਣ ਸਾਨੂੰ ਇਹ ਵੀ ਪਤਾ ਵੀ ਚਾਰਜ ਔਨ ਏ ਕਪੈਸਟਰ ਆ ਜਿਹੜਾ Q = C × V, ਤੇ ਇੱਥੇ ਸਾਨੂੰ ਕੋਲ V1 V2 ਤੇ V3 ਆ। ਤੇ ਇਸੇ ਫਾਰਮੂਲੇ ਨੂੰ ਅਸੀਂ ਦੂਸਰੇ ਤਰੀਕੇ ਨਾਲ ਲਿਖ ਲਈਏ V = Q/C। ਮੈਂ C ਨੂੰ ਇੱਧਰਲੇ ਪਾਸੇ ਲੈ ਗਿਆ ਜੀ ਤੇ V ਦੀ ਵੈਲਿਊ ਮੇਰੇ ਕੋਲ ਆ ਗਈ Q/C। ਪਹਿਲੇ ਕਪੈਸਟਰ ਦੇ ਅਕ੍ਰੋਸ ਜਿਹੜਾ ਪੋਟੈਂਸ਼ੀਅਲ ਡ੍ਰੌਪ ਹੋਏਗਾ ਉਹ ਕੀ ਹੋਏਗਾ?
ਉਹ ਹੋਏਗਾ ਜਿੰਨਾ ਇਹਦੇ ਉੱਤੇ ਚਾਰਜ ਆ ਤੇ ਜਿੰਨੀ ਇਹਦੀ ਕਪੈਸਿਟੈਂਸ ਆ। ਤੋ ਇਸ ਕਰਕੇ ਫਾਰ ਫਸਟ ਕਪੈਸਿਟਰ V1 ਆ ਜਿਹੜਾ ਮੇਰੇ ਕੋਲੇ ਉਹ ਕੀ ਆ ਗਿਆ Q/C1। ਇੱਥੇ ਧਿਆਨ ਕੀ ਰੱਖਣਾ, ਕਿਉਂਕਿ ਚਾਰਜ ਤਿੰਨਾਂ ਕਪੈਸਿਟਰਸ ਦੇ ਉੱਤੇ ਸੇਮ ਫਲੋ ਕੀਤਾ, +Q ਐਂਡ ਦੂਸਰੇ ਪਾਸੇ -Q, +Q ਦੂਸਰੇ ਪਾਸੇ -Q। ਸੋ ਜੇਕਰ ਕਪੈਸਿਟਰਸ ਦੇ ਥਰੂ ਸੇਮ ਚਾਰਜ ਜਾ ਰਿਹਾ ਹੈ ਤਾਂ ਇਹਦਾ ਮਤਲਬ ਉਹ ਸੀਰੀਜ਼ 'ਚ ਲੱਗੇ ਹੋਏ ਆ ਐਂਡ ਵਾਈਸ ਵਰਸਾ। ਜੇ ਸੀਰੀਜ਼ 'ਚ ਲੱਗੇ ਹੋਏ ਆ ਤਾਂ ਸੇਮ ਚਾਰਜ ਫਲੋ ਕਰੇਗਾ। potential will be divided, total electric potential between the two terminals of battery will be divided into 3 parts which can be written as here। ਸੋ V1 ਸਾਡੇ ਕੋਲ ਆ ਗਿਆ ਜੀ Q/C1, ਸਿਮਿਲਰਲੀ V2 ਆ ਜਾਏਗਾ ਸਾਡੇ ਕੋਲ Q/C2 ਕਿਉਂਕਿ ਇੱਥੇ ਕਪੈਸਿਟੀ C2 ਹੈ। ਇਸੇ ਤਰ੍ਹਾਂ V3 ਆ ਜਿਹੜਾ ਉਹ ਸਾਡੇ ਕੋਲ ਆ ਜਾਏਗਾ Q/C3। ਇਹ ਤਿੰਨੇ ਚੀਜ਼ਾਂ V1, V2 ਤੇ V3 ਅਸੀਂ ਇਸ ਇਕੁਏਸ਼ਨ ਨੰਬਰ 1 ਦੇ ਵਿੱਚ ਪੁੱਟ ਕਰ ਦਈਏ। ਵਾਟ ਵੀ ਵਿਲ ਗੈਟ V = Q/C1 + Q/C2 + Q/C3। Q ਤਿੰਨਾਂ 'ਚ ਕਾਮਨ ਆ, ਇਸ ਕਰਕੇ ਮੈਂ ਇਹਨੂੰ ਬਾਹਰ ਕੱਢ ਲਾਂਗਾ। ਅੰਦਰਲੇ ਪਾਸੇ ਮੇਰੇ ਕੋਲ ਆ ਜਾਏਗਾ 1/C1 1/C2 + 1/C3 ਤੇ Q ਨੂੰ ਮੈਂ ਇੱਧਰਲੇ ਪਾਸੇ ਨੀਚੇ ਲੈ ਆਵਾਂਗਾ। ਕਿਵੇਂ ਲਿਖੀਏ ਜੋ ਦੇਖੀਏ। ਸੋ V/Q = 1/C1 + 1/C2 + 1/C3। V/Q ਕੀ ਬਣਿਆ, ਤਾਂ ਆ Q ਨੂੰ ਜੇ ਮੈਂ ਇੱਧਰ ਲੈ ਆਉਣਾ ਤਾਂ ਇਹ 1/C ਬਣ ਗਿਆ। ਇਹਦਾ ਮਤਲਬ V/Q ਕੈਨ ਬੀ ਰਿਟਨ ਐਜ਼ 1/C। ਸੋ ਇਫ capacitors are connected in series, their effective capacitance will be the reciprocal effective capacitance will be the sum of reciprocal capacitance of the individual capacitors। ਸੋ ਪੰਜਾਬੀ ਦੇ ਵਿੱਚ ਮੈਂ ਆਮ ਤੌਰ 'ਤੇ ਆਪਣੇ ਸਟੂਡੈਂਟਸ ਨੂੰ ਇਹ ਸਮਝਾਉਣਾ ਹੁੰਦਾ ਵੀ ਕਪੈਸਿਟਰਸ ਦੇ ਕੇਸ ਤੁਸੀਂ ਇਹ ਖਿਆਲ ਰੱਖਣਾ ਵੀ ਜੇ ਕਪੈਸਿਟਰ ਸਿੱਧੇ ਲੱਗੇ ਆ ਇੱਕ ਦੂਜੇ ਦੇ ਨਾਲ ਐਂਡ ਟੂ ਐਂਡ ਲੱਗੇ ਆ, ਸਿੱਧੇ ਲੱਗੇ ਆ ਤਾਂ ਤੁਸੀਂ ਪੁੱਠੇ ਕਰਕੇ ਜੋੜਨੇ ਆ। ਪਰ ਇੱਥੇ ਧਿਆਨ ਕੀ ਰੱਖਣਾ ਵੀ ਜਿਹੜੀ ਕਪੈਸਿਟੈਂਸ ਦੀ ਰਿਜ਼ਲਟ ਆਊਗਾ ਉਹ ਵੀ ਸਾਡੇ ਕੋਲੇ ਰੈਸੀਪ੍ਰੋਕਲ 'ਚ ਹੀ ਆਉਣਾ ਹੈ। ਤੁਸੀਂ ਜੇ ਰਿਜ਼ਲਟ ਲਿਖੋਗੇ ਤਾਂ ਇਹਨੂੰ C ਵਾਸਤੇ ਰਿਜ਼ਲਟ ਲਿਖੋਗੇ ਦੈਨ ਯੂ ਵਿਲ ਰਾਈਟ ਐਜ਼ ਦੀ ਰੈਸੀਪ੍ਰੋਕਲ ਆਫ ਦੀ ਫਾਈਨਲ ਰਿਜ਼ਲਟ। ਸੋ ਛੋਟਾ ਜਿਹਾ ਇੱਕ ਨੁਮੈਰੀਕਲ ਕਰ ਲਈਏ ਇਹਦੇ ਨਾਲ। ਸਪੋਜ਼ ਕਰ ਲਈਏ ਇੱਥੇ ਹੀ ਜੇ ਕਪੈਸਿਟਰ C1 ਸਾਡੇ ਕੋਲੇ C1 ਦਿੱਤਾ ਹੋਵੇ 2 ਮਾਈਕਰੋਫੈਰਡ ਦਾ, C2 ਦਿੱਤਾ ਹੋਵੇ 3 ਮਾਈਕਰੋਫੈਰਡ ਦਾ ਤੇ ਹੋਵੇ 5 ਮਾਈਕਰੋਫੈਰਡ ਦਾ, ਤਾਂ ਇਕੁਇਵਲੈਂਟ ਕਪੈਸਿਟੈਂਸ ਕੱਢੀਏ ਜੇ ਸੀਰੀਜ਼ ਚ ਲਾ ਦਈਏ ਤਾਂ ਆਨਸਰ ਕੀ ਆਏਗਾ 1/C = 1/2 + 1/3 + 1/5। LCM ਲਵਾਂਗੇ ਕਿੰਨਾ ਆ ਜਾਏਗਾ ਜੀ LCM 30। ਸੋ 15 + 10 + 6 ਕਿੰਨਾ ਆ ਗਿਆ 15 ਤੇ 10 25, 25 ਤੇ 6 31, 31/30। ਸੋ ਮਾਈਂਡ ਇਹ ਰੱਖਣਾ ਵੀ ਇਹ 1/C ਆਇਆ ਤੇ ਇਹਦਾ ਮਤਲਬ C ਸਾਡੇ ਕੋਲ ਕਿੰਨਾ ਆ ਜਾਏਗਾ ਵੀ ਵਿਲ ਰੈਸੀਪ੍ਰੋਕੇਟ 30/31 ਮਾਈਕਰੋਫੈਰਡ ਦੇ ਵਿੱਚ ਸਾਡਾ ਆਨਸਰ ਆ ਜਾਏਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਨੁਮੈਰੀਕਲ ਕਰਨੇ ਆ। ਇਸ ਚੀਜ਼ ਦਾ ਧਿਆਨ ਰੱਖਣਾ ਵੀ ਇਹ 1/C ਆਏਗਾ ਤੇ ਉਸ ਤੋਂ ਬਾਅਦ ਇਹਨੂੰ ਰੈਸੀਪ੍ਰੋਕੇਟ ਕਰਕੇ ਆਨਸਰ ਲਿਖਣਾ ਹੈ। ਇਸੇ ਤਰ੍ਹਾਂ ਜਿਹੜੀ ਸੈਕੰਡ ਕੰਬੀਨੇਸ਼ਨ ਆ ਸਾਡੇ ਕੋਲੇ ਉਹਨੂੰ ਅਸੀਂ ਪੈਰਲਲ ਕੰਬੀਨੇਸ਼ਨ ਕਹਿੰਦੇ ਆ। ਪੈਰਲਲ ਕੰਬੀਨੇਸ਼ਨ ਦੇ ਵਿੱਚ ਕੀ ਹੋਏਗਾ ਜੇਕਰ ਕਪੈਸਿਟਰਸ ਨੂੰ ਲਗਾਇਆ ਹੋਵੇ ਇਸ ਤਰੀਕੇ ਨਾਲ, ਤਿੰਨ ਕਪੈਸਿਟਰ ਨੇ ਸਾਡੇ ਕੋਲੇ ਉਸੇ ਸੇਮ ਤਰੀਕੇ ਨਾਲ C1 C2 C3 ਤੇ ਇਹਨਾਂ ਦੇ ਨਾਲ ਅਸੀਂ ਇੱਕ ਬੈਟਰੀ ਲਗਾਤੀ ਆ ਜਿਹਦਾ ਪੋਟੈਂਸ਼ੀਅਲ ਸਾਡੇ ਕੋਲੇ V ਹੈ। C1 C2 ਐਂਡ C3 ਜ਼ਰੂਰੀ ਨਹੀਂ ਵੀ ਤਿੰਨ ਹੀ ਕਪੈਸਿਟਰ ਦੇ ਕੇਸ ਦੇ ਵਿੱਚ ਜਿੰਨੇ ਮਰਜ਼ੀ ਕਪੈਸਿਟਰ ਲੱਗੇ ਹੋਣ ਉਹਦੇ ਕੇਸ ਵਿਲ ਬੀ ਦੀ ਸੇਮ। ਹੁਣ ਧਿਆਨ ਨਾਲ ਦੇਖੀਏ ਇੱਥੋਂ ਚਾਰਜ +Q ਦਿੱਤਾ ਗਿਆ ਹੈ ਇੱਥੇ ਤੱਕ ਆਇਆ ਤੇ ਇੱਥੇ ਆ ਕੇ ਕਪੈਸਿਟਰਸ ਦੀ ਵੈਲਿਊ ਦੇ ਅਕੋਰਡਿੰਗ ਤਿੰਨਾਂ ਦੇ ਵਿੱਚ Q ਆ ਜਿਹੜਾ ਸਾਡਾ ਉਹ ਡਿਵਾਈਡ ਹੋ ਜਾਏਗਾ। ਮਤਲਬ ਕਹਿਣ ਦਾ ਇਹ ਹੋਇਆ ਵੀ ਜੇਕਰ ਪਹਿਲੇ ਕਪੈਸਿਟਰ ਤੇ ਚਾਰਜ ਗਿਆ Q1, ਦੂਸਰੇ ਤੇ ਜਾਊਗਾ Q2 ਤੇ ਤੀਸਰੇ ਤੇ ਜਾਊਗਾ Q3। ਇਹਦਾ ਮਤਲਬ ਚਾਰਜ ਇਜ਼ ਡਿਵਾਈਡਡ Q ਵਿਲ ਬੀ = Q1 + Q2 + Q3। ਇਹਦੇ ਵਿੱਚ ਡਿਵਾਈਡ ਹੋਇਆ ਸੀ ਪੋਟੈਂਸ਼ੀਅਲ, ਚਾਰਜ ਸੇਮ ਰਿਹਾ ਸੀ।
ਇੱਥੇ ਸਾਡੇ ਕੋਲੇ ਪੋਟੈਂਸ਼ੀਅਲ ਸੇਮ ਆ ਤਿੰਨਾਂ ਦੇ ਕ੍ਰੋਸ ਸੇਮ ਪੋਟੈਂਸ਼ੀਅਲ ਆ ਤੇ ਚਾਰਜ ਸਾਡਾ ਡਿਵਾਈਡ ਹੋ ਗਿਆ। ਇਸ ਲਈ ਹੁਣ ਅਸੀਂ ਆਹ ਵਾਲਾ ਫਾਰਮੂਲਾ ਯੂਜ਼ ਕਰਾਂਗੇ Q = CV। ਤੋਂ ਪਹਿਲੇ ਵਾਸਤੇ Q1 ਲਿਖਾਂਗੇ, ਪਹਿਲੇ ਵਾਸਤੇ ਪੋਟੈਂਸ਼ੀਅਲ ਦੀ ਵੈਲਿਊ ਧਿਆਨ ਰੱਖਿਓ ਤਿੰਨਾਂ ਵਾਸਤੇ V ਹੋਈ ਆ। तो Q1 = C1V, Q2 = C2V and Q3 = C3V। ਤਿੰਨਾਂ ਨੂੰ ਜੋੜ ਦਈਏ ਅਕੋਰਡਿੰਗ ਟੂ ਦਿਸ ਇਕੁਏਸ਼ਨ। तो what will be my net Q? Net Q will be C1V plus C2V plus C3V। V ਕਾਮਨ ਕੱਢ ਕੇ ਇੱਧਰਲੇ ਪਾਸੇ ਲੈ ਆਵਾਂ ਤਾਂ it will be Q/V = C1 plus C2 plus C3। Q/V ਕੀ ਆਏਗਾ? Q/V ਆਏਗਾ C। तो ਇਹਦਾ ਮਤਲਬ ਮੇਰੇ ਕੋਲ ਇਫੈਕਟਿਵ ਕਪੈਸਿਟੈਂਸ ਆ ਗਈ C = C1 plus C2 plus C3। ਜੇਕਰ ਕਪੈਸਿਟਰ ਪੈਰਲਲ 'ਚ ਲੱਗੇ ਹੋਏ ਨੇ ਤਾਂ ਸਿੱਧਾ ਹੀ ਰਿਜ਼ਲਟ ਕੀ ਆਏਗਾ, ਉਹਨਾਂ ਨੂੰ ਜੋੜ ਦੇਣਾ ਹੈ। ਮਤਲਬ ਜੇ ਆਹੀ ਕੇਸ ਦੇਖ ਲਈਏ 2 3 5 ਮਾਈਕਰੋਫੈਰਡ ਦੇ ਕਪੈਸਿਟਰ ਲੱਗੇ ਹੋਣ ਇਹ ਤਿੰਨੇ ਹੀ, ਤਾਂ ਸਾਡੇ ਕੋਲ ਇਫੈਕਟਿਵ ਕਪੈਸਿਟੈਂਸ ਕਿੰਨੀ ਆ ਜਾਏਗੀ? 5 ਤੇ 5 10 ਮਾਈਕਰੋਫੈਰਡ। ਹੁਣ ਧਿਆਨ ਨਾਲ ਦੇਖੀਏ, ਜੇਕਰ ਕਿਸੇ ਸਿਸਟਮ ਵਾਸਤੇ ਸਾਡੇ ਕੋਲੇ ਜ਼ਿਆਦਾ ਕਪੈਸਿਟਰ ਹੋਣ ਤੇ ਸਾਨੂੰ ਚਾਹੀਦੀ ਘੱਟ ਆ ਵੈਲਿਊ ਇਫੈਕਟਿਵ, ਅਵੇਲੇਬਿਲਟੀ ਸਾਡੇ ਕੋਲੇ 3 ਕਪੈਸਿਟਰ ਸੀਗੇ, 2 ਮਾਈਕਰੋਫੈਰਡ 3 ਦੇ 5 ਦੇ। ਅਸੀਂ ਰਿਜ਼ਲਟੈਂਟ ਦੇਖਣਾ ਚਾਹਿਆ, ਸਾਨੂੰ ਘੱਟ ਕਪੈਸਿਟਰ ਦੀ ਲੋੜ ਸੀ, ਅਸੀਂ ਸੀਰੀਜ਼ ਚਲਾ ਦਾਂਗੇ। ਸੀਰੀਜ਼ ਚਲਾਇਆ ਤਾਂ ਸਾਡੇ ਕੋਲ ਰਿਜ਼ਲਟ ਕਿੰਨਾ ਆਇਆ? 30/31 ਮਾਈਕਰੋਫੈਰਡ। 30/31 ਨੂੰ ਜੇ ਤੁਸੀਂ ਸੋਲਵ ਕਰਕੇ ਦੇਖੋਗੇ ਤਾਂ ਰਿਜ਼ਲਟ ਕਿੰਨਾ ਆਏਗਾ? 0 ਪੁਆਇੰਟ ਸਮਥਿੰਗ, 0 ਪੁਆਇੰਟ ਸਮਥਿੰਗ ਇੱਥੇ ਆਏਗਾ। ਤਾਂ ਇਹਨੂੰ ਸੋਲਵ ਕਰੋਗੇ 0 ਪੁਆਇੰਟ ਸਮਥਿੰਗ 9 ਮਾਈਕਰੋਫੈਰਡ। ਘੱਟ ਗਈ ਕਪੈਸਿਟੈਂਸ ਤਿੰਨਾਂ ਨਾਲੋਂ, ਇੰਡੀਵਿਜੂਅਲ ਨਾਲੋਂ ਵੀ। ਮਤਲਬ ਜੇ ਕਪੈਸਿਟਰਾਂ ਨੂੰ ਸੀਰੀਜ਼ ਚਲਾ ਦਈਏ ਤਾਂ ਇਫੈਕਟਿਵ ਕਪੈਸਿਟੈਂਸ ਵਿਲ ਬੀ ਰਿਡਿਊਸਡ। ਔਨ ਦੀ ਅਦਰ ਹੈਂਡ ਜੇਕਰ ਇਹਨਾਂ ਨੂੰ ਅਸੀਂ ਲਾਉਨੇ ਆ ਪੈਰਲਲ ਦੇ ਵਿੱਚ, ਫਿਰ ਕੀ ਹੋਏਗਾ? ਰਿਜ਼ਲਟੈਂਟ ਕਪੈਸਿਟੈਂਸ ਵਿਲ ਬੀ ਐਡਡ ਅਪ। ਸੋ ਇਸ ਤਰੀਕੇ ਨਾਲ ਅਸੀਂ ਇਹ ਧਿਆਨ 'ਚ ਰੱਖਣਾ ਵੀ ਜਦੋਂ ਅਸੀਂ ਕਪੈਸਿਟੈਂਸ ਜ਼ਿਆਦਾ ਲੈਣੀ ਆ ਤਾਂ ਅਸੀਂ ਕਪੈਸਿਟਰਸ ਨੂੰ ਪੈਰਲਲ ਚਲਾਵਾਂਗੇ। ਜੇਕਰ ਕਪੈਸਿਟੈਂਸ ਅਸੀਂ ਘੱਟ ਦੀ ਵੈਲਿਊ ਚਾਹੀਦੀ ਹੈ ਸਾਨੂੰ, ਤਾਂ ਕਪੈਸਿਟੈਂਸ ਨੂੰ ਅਸੀਂ ਸੀਰੀਜ਼ ਦੇ ਵਿੱਚ ਲਾਵਾਂਗੇ। ਆਓ ਹੁਣ ਦੇਖੀਏ ਵੀ ਜਦੋਂ ਅਸੀਂ ਕਪੈਸਿਟਰ ਨੂੰ ਚਾਰਜ ਕਰਦੇ ਹਾਂ ਤਾਂ ਅਸੀਂ ਇਹ ਪੜ੍ਹਿਆ ਵੀ ਬੈਟਰੀ ਨੂੰ ਵਰਕ ਕਰਨਾ ਪੈਂਦਾ, ਤੇ ਇਹ ਵੀ ਅਸੀਂ ਪੜ੍ਹਿਆ ਹੋਇਆ ਵੀ ਬੈਟਰੀ ਜਦੋਂ ਵਰਕ ਕਰਦੀ ਆ ਜਾਂ ਕਿਸੇ ਵੀ ਸਿਸਟਮ ਤੇ ਵਰਕ ਕਰੀਏ ਤਾਂ ਉਸ ਸਿਸਟਮ ਦੇ ਵਿੱਚ એનર્ਜੀ ਸਟੋਰ ਹੋ ਜਾਂਦੀ ਆ ਇਨ ਸਮ ਫਾਰਮ। ਤਾਂ ਕਪੈਸਿਟਰ ਦੇ ਵਿੱਚ ਵੀ એનર્ਜੀ ਸਟੋਰ ਹੋ ਜਾਂਦੀ ਆ। ਤਾਂ ਉਹ ਦੇਖੀਏ ਅਸੀਂ ਹੁਣ ਕਿਵੇਂ ਕੈਲਕੂਲੇਟ ਕਰੀਏ એનર્ਜੀ ਸਟੋਰਡ ਇਨ ਏ ਕਪੈਸਿਟਰ। ਜਦੋਂ ਅਸੀਂ ਇਹ ਪੜ੍ਹਿਆ ਵੀ ਇੱਕ ਕਪੈਸਿਟਰ ਦੀਆਂ ਪਲੇਟਸ ਨੂੰ ਜੇਕਰ ਬੈਟਰੀ ਦੇ ਨਾਲ ਅਟੈਚ ਕਰ ਦਈਏ ਤਾਂ ਇਹਦੇ ਇੱਕ ਪਲੇਟ ਦੇ ਉੱਤੇ ਪੋਜ਼ਿਟਿਵ ਚਾਰਜ ਤੇ ਦੂਸਰੇ ਦੇ ਉੱਤੇ ਸੇਮ ਨੈਗੇਟਿਵ ਚਾਰਜ ਆ ਜਾਂਦਾ। ਪੋਟੈਂਸ਼ੀਅਲ ਸਾਡੇ ਕੋਲੇ V ਹੋਵੇ ਤੇ ਇਹਦੀ ਕਪੈਸਿਟੀ ਹੋਵੇ C। ਹੁਣ ਜਦੋਂ ਕਪੈਸਿਟਰ ਚਾਰਜ ਹੋਇਆ Q, ਇਹ ਇੱਕਦਮ ਹੀ ਨਹੀਂ Q ਤੇ ਆ ਜਾਂਦਾ। ਦੇਖੀਏ ਕਿਵੇਂ ਆਉਂਦਾ। ਸਪੋਜ਼ ਕਰੀਏ ਇੱਥੇ ਅਸੀਂ ਕੀ ਲਗਾਈ ਹੋਈ ਆ, ਐਜ਼ ਸੂਨ ਐਜ਼ ਵੀ ਵਿਲ ਕਲੋਜ਼ ਦਿਸ ਕੀ, ਕਿਉਂਕਿ ਜਦੋਂ ਕੀ ਆਫ ਆ ਉਦੋਂ ਤਾਂ ਇਹਦੇ ਉੱਤੇ ਕੋਈ ਚਾਰਜ ਨਹੀਂਗਾ। ਮੈਂ ਇਹਨੂੰ ਅਰੇਜ਼ ਕਰ ਦਿੰਦਾ। ਸੋ ਦੇਖੀਏ ਪ੍ਰੋਸੈਸ ਕੀ ਹੁੰਦਾ। ਜਦੋਂ ਹੀ ਅਸੀਂ ਕੀ ਨੂੰ ਕਲੋਜ਼ ਕਰਦੇ ਹਾਂ, ਸਭ ਤੋਂ ਪਹਿਲਾਂ ਇਹਦੇ ਉੱਤੇ ਚਾਰਜ 0 ਆ। ਜਦੋਂ ਹੀ ਕਲੋਜ਼ ਕੀਤਾ ਤੇ ਚਾਰਜ ਵਿਲ ਸਟਾਰਟ ਫਲੋ, ਤੇ ਇਹਦੇ ਵਿੱਚ ਗਰੋ ਕਰਨਾ ਸਟਾਰਟ ਹੋ ਗਿਆ ਚਾਰਜ ਜਿਹੜੀ ਪਹਿਲਾਂ ਵੈਲਿਊ 0 ਸੀ, ਇਟ ਵਿਲ ਸਟਾਰਟ ਗਰੋਇੰਗ ਫਾਰ ਏ ਮੈਕਸੀਮਮ ਵੈਲਿਊ ਆਫ Q। ਹੁਣ ਆ ਜਿਹੜਾ ਸਮਾਂ ਹੈ ਇਹਦੇ ਵਿੱਚ ਜਿੰਨਾ ਵੀ ਟਾਈਮ ਲੱਗਦਾ ਉਨੇ ਟਾਈਮ ਵਾਸਤੇ ਬੈਟਰੀ ਵਰਕ ਕਰਦੀ ਆ ਟੂ ਮੇਨਟੇਨ ਦੀ ਚਾਰਜ ਐਟ ਏ ਵੈਲਿਊ ਪਲੱਸ Q। ਸੋ ਜਿਉਂ-ਜਿਉਂ 0 ਤੋਂ ਲੈ ਕੇ ਪਲੱਸ Q ਤੱਕ ਵੈਲਿਊ ਜਾਂਦੀ ਆ ਤਾਂ ਬੈਟਰੀ ਨੂੰ ਵਰਕ ਕਰਨਾ ਪੈਂਦਾ। ਉਹੀ ਵਰਕ ਇਹਦੇ 'ਚ એનર્ਜੀ ਸਟੋਰ ਹੁੰਦਾ। ਤਾਂ ਸਪੋਜ਼ ਕਰੀਏ ਸਾਡੇ ਕੋਲੇ ਵੀ ਜੇਕਰ ਕਪੈਸਿਟਰ ਸਾਡੇ ਕੋਲੇ ਚਾਰਜ ਹੋਇਆ Q ਤੇ ਇਹਦੀ ਵੈਲਿਊ ਸਾਨੂੰ ਪਤਾ ਹੈ CV ਹੁੰਦੀ ਆ, ਤੇ ਆਪਾਂ ਇੱਥੋਂ ਕਹਿ ਦਈਏ ਵੀ ਪੋਟੈਂਸ਼ੀਅਲ ਡਿਫਰੈਂਸ ਆ ਜਿਹੜਾ ਉਹ Q/C ਦੇ ਬਰਾਬਰ ਸਾਡੇ ਕੋਲ ਆਏਗਾ ਜਦੋਂ ਇਹ ਪੂਰਾ ਚਾਰਜ ਹੋ ਜਾਏਗਾ। ਤੇ ਵਰਕ ਡਨ ਮੰਨ ਲਈਏ ਵੀ ਜੇਕਰ ਜਦੋਂ ਇਹ ਚਾਰਜ ਹੋ ਰਿਹਾ ਸੀ 0 ਤੋਂ ਲੈ ਕੇ Q ਤੱਕ ਵੈਲਿਊ ਪਹੁੰਚ ਰਹੀ ਸੀ ਸਮਵੇਅਰ ਬਿਟਵੀਨ
in this process there is a small work done W for which delta Q charge has to be put on this plate with the help of potential V। ਅਸੀਂ ਇਹ ਮੰਨ ਲਿਆ ਵੀ ਪੋਟੈਂਸ਼ੀਅਲ ਡਿਫਰੈਂਸ ਤਾਂ ਅਸੀਂ V ਲਾਇਆ ਜਿਹਨੇ ਚਾਰਜ ਨੂੰ ਧੱਕਾ ਲਾ ਕੇ ਇੱਥੇ ਤੱਕ ਭੇਜਿਆ। ਚਾਰਜ ਨੂੰ ਧੱਕਾ ਲਾ ਕੇ ਭੇਜਣ ਦੇ ਲਈ ਜਿੰਨਾ ਵਰਕ ਡਨ ਹੋਇਆ ਛੋਟੇ ਜਿਹਾ ਚਾਰਜ ਭੇਜਣ ਲਈ ਉਹ ਹੋਇਆ V × ਡੈਲਟਾ Q। ਤੇ ਅਸੀਂ ਕੱਢਣਾ ਹੈ ਟੋਟਲ ਵਰਕ ਡਨ। ਟੋਟਲ ਵਰਕ ਡਨ W ਜਦੋਂ ਤੱਕ ਇਹ ਪੂਰਾ ਚਾਰਜ ਹੋ ਜੇ ਤਾਂ ਇਹਨੂੰ ਮੈਂ ਕੀ ਕਰੂੰਗਾ, ਇੰਟੈਗਰਲ ਕਰ ਦੂੰਗਾ 0 to Q ਤੱਕ। ਇਸ ਲਈ ਹੁਣ V ਦੀ ਵੈਲਿਊ ਆਹ ਵਾਲੀ ਇੱਥੇ ਪੁੱਟ ਕਰ ਦਈਏ। V ਦੀ ਵੈਲਿਊ ਪੁੱਟ ਕਰੀਏ ਤਾਂ ਕਿੰਨਾ ਆ ਗਿਆ ਜੀ, Q/C × ਡੈਲਟਾ Q। ਸੋ ਟੋਟਲ ਵੈਲਿਊ ਫਾਈਂਡ ਕਰਨ ਦੇ ਲਈ C ਕਿਉਂਕਿ ਸਾਡਾ ਕੌਂਸਟੈਂਟ ਆ, ਇਸ ਕਰਕੇ ਮੈਂ ਇਹਨੂੰ ਬਾਹਰ ਕੱਢ ਲੂੰਗਾ ਬ੍ਰੈਕਟ ਤੋਂ, ਇੰਟੈਗਰਲ ਤੋਂ। ਅੰਦਰ ਮੇਰੇ ਕੋਲੇ ਰਹਿ ਗਿਆ 0 to Q, Q × ਡੈਲਟਾ Q। ਸੋ ਵੇਰੀਏਬਲ ਸਾਡੇ ਕੋਲ Q ਹੈ ਕਿਉਂਕਿ ਇਹੀ ਚੇਂਜ ਕਰਦਾ। ਪਹਿਲਾਂ ਦੀ ਵੈਲਿਊ 0 ਸੀ, ਫਿਰ ਇਹ ਮੈਕਸਿਮਮ Q ਤੱਕ ਜਾਏਗਾ। ਹੁਣ ਇੰਟੈਗਰਲ ਲਿਖ ਦਈਏ 1/C। ਇਹਦਾ ਇੰਟੈਗਰਲ ਆ ਪਾਵਰ 1 ਆ, ਇਸ ਕਰਕੇ ਪਾਵਰ ਆਪਾਂ 1 ਵਧਾ ਕੇ ਲਿਖ ਦਾਂਗੇ ਬਟੇ 2 ਕਰ ਦਾਂਗੇ 0 to Q। ਅੱਪਰ ਲਿਮਟ Q ਹੀ ਆ ਜਾਏਗੀ, ਥੱਲੇਲੀ ਲਿਮਟ ਦਾ ਕੋਈ ਇਫੈਕਟ ਨਹੀਂ ਪੈਣਾ। ਸੋ ਇਸ ਕਰਕੇ 1/C Q/2 ਇਜ਼ ਦੀ ਵਰਕ ਡਨ to charge the capacitor from uncharged condition to plus Q। ਇੱਧਰਲੇ ਪਾਸੇ ਸਾਡੇ ਕੋਲੇ ਪਲੇਟ ਤੇ -Q ਆ ਜਾਏਗਾ ਤੇ ਇੱਥੇ ਵਿਚਕਾਰ ਇਲੈਕਟ੍ਰਿਕ ਫੀਲਡ ਆ ਜਿਹੜਾ ਉਹ ਸੈਟਅਪ ਹੋ ਜਾਏਗਾ, ਜਿਹਦੀ ਵੈਲਿਊ ਅਸੀਂ ਕੱਢ ਚੁੱਕੇ ਹਾਂ ਆਲਰੇਡੀ ਪਿਛਲੀ ਆਰਟੀਕਲਸ ਦੇ ਵਿੱਚ। ਤੋ ਆਓ ਹੁਣ ਦੇਖੀਏ ਇਹਨੂੰ ਹੋਰ ਕਿਹੜੇ ਤਰੀਕੇ ਨਾਲ ਲਿਖਣਾ। ਇਹਨੂੰ ਅਸੀਂ એનર્ਜੀ ਕਹਿੰਦੇ ਹਾਂ। ਸੋ ਇਟ ਕੈਨ ਬੀ ਰਿਟਨ ਐਜ਼ U। એનર્ਜੀ ਸਟੋਰਡ ਇਨ ਏ ਕੈਪੈਸਿਟਰ ਇਜ਼ Q²/2C। ਦੂਸਰੀਆਂ ਫਾਰਮਸ ਦੇ ਵਿੱਚ ਵੀ ਲਿਖ ਸਕਦੇ ਹਾਂ। Q ਦੀ ਵੈਲਿਊ CV ਪੁੱਟ ਕਰ ਦਈਏ ਇੱਥੇ, ਤੇ CV ਪੁੱਟ ਕਰ ਦਈਏ ਤਾਂ ਇਹ ਬਣ ਗਿਆ C²V²/2C। 1/2C C²V²। ਇੱਕ C ਮੇਰੀ ਕੈਂਸਲ ਹੋ ਗਈ ਤਾਂ ਆ ਕੀ ਆ ਗਿਆ 1/2CV²। ਇੱਕ ਫਾਰਮੂਲਾ ਮੇਰੇ ਕੋਲ ਇਹ ਆ ਗਿਆ એનર્ਜੀ ਦਾ, ਇੱਕ ਪਹਿਲਾ ਫਾਰਮੂਲਾ ਸਾਡੇ ਕੋਲ ਆ ਗਿਆ। ਇੱਕ ਹੋਰ ਆ ਸਕਦਾ, ਇੱਥੇ ਮੈਂ V ਦੀ ਵੈਲਿਊ ਪੁੱਟ ਕਰਦਾ। ਜੇਕਰ V ਦੀ ਵੈਲਿਊ ਪੁੱਟ ਕਰਦਾ ਤਾਂ ਇਹ ਮੇਰੇ ਕੋਲ ਕਿੰਨਾ ਆਊਗਾ, ਇਹ ਤਾਂ ਫਿਰ ਇਹੀ ਆ ਜਾਣਾ। ਤਾਂ ਐਕਚੁਅਲੀ ਇੱਥੇ ਅਸੀਂ ਪੁੱਟ ਕਰ ਦਈਏ ਹੁਣ C ਦੀ ਵੈਲਿਊ। C ਦੀ ਵੈਲਿਊ ਪੁੱਟ ਕਰ ਦਈਏ Q/V। ਸੋ ਲੈਟ ਅਸ ਪੁੱਟ ਦੀ ਵੈਲਿਊ ਆਫ C। ਸੋ ਹੁਣ ਮੇਰੇ ਕੋਲ U ਦੀ ਵੈਲਿਊ ਆਈ ਸੀ 1/2 CV²। ਪੁਟਿੰਗ ਦੀ ਵੈਲਿਊ ਆਫ C ਹੇਅਰ 1/2 Q/V × V²। ਇੱਕ V ਮੇਰੀ ਕੈਂਸਲ ਹੋ ਗਈ। ਸੋ ਇਹਦਾ ਮਤਲਬ U ਦੇ ਮੇਰੇ ਕੋਲ 3 ਫਾਰਮੂਲੇ ਆ ਗਏ। ਇੱਕ ਤਾਂ ਹਾਫ Q²/C, ਦੂਸਰਾ ਆ ਗਿਆ ਹਾਫ CV², ਤੀਸਰਾ ਆ ਗਿਆ ਹਾਫ Q × V। ਸੋ ਮੇਰੇ ਕੋਲ 3 ਫਾਰਮੂਲੇ એનર્ਜੀ ਦੇ ਆ ਗਏ, એનર્ਜੀ ਸਟੋਰਡ ਇਨ ਏ ਕੈਪੈਸਿਟਰ। ਪਰ ਕਿਸੇ ਕਿਸੇ ਕੇਸ ਦੇ ਵਿੱਚ ਸਾਨੂੰ એનર્ਜੀ ਸਟੋਰਡ ਇਨ ਏ ਕੈਪੈਸਿਟਰ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ ਵੀ ਕੈਲਕੂਲੇਟ ਕਰਨੀ ਆ ਜਾਂਦੀ ਆ। ਦੇਖੀਏ ਕਿਵੇਂ ਕਰੀਏ। ਸੋ ਫਾਰਮੂਲਾ ਮੇਰੇ ਕੋਲ ਆਇਆ ਸੀ U = ਹਾਫ Q²/C। Q ਕੀ ਆ ਮੇਰੇ ਕੋਲੇ, Q ਹੈਗਾ ਚਾਰਜ ਔਨ ਦੀ ਕੈਪੈਸਿਟਰ। ਚਾਰਜ ਔਨ ਦੀ ਕੈਪੈਸਿਟਰ ਵਿਦ ਪਲੇਟ ਏਰੀਆ A ਐਂਡ ਸਰਫੇਸ ਚਾਰਜ ਡੈਂਸਿਟੀ ਸਿਗਮਾ। ਤੋ ਇਸ ਕਰਕੇ ਸਿਗਮਾ ਦੀ ਵੈਲਿਊ ਮੇਰੇ ਕੋਲੇ ਹੁੰਦੀ ਆ Q/A ਤੇ Q ਕਿਹਦੇ ਬਰਾਬਰ ਆ ਗਿਆ ਸਿਗਮਾ × A। ਇੱਥੇ ਪੁੱਟ ਕਰਦਾ ਹਾਫ σ² A² C। C ਦੀ ਵੈਲਿਊ ਕੀ ਹੁੰਦੀ ਆ ਮੇਰੇ ਕੋਲੇ, C ਦੀ ਵੈਲਿਊ ਹੁੰਦੀ ਆ ε0 A/D। ਸੋ ਇਹ ਇੱਥੇ ਪੁੱਟ ਕਰਨ ਲੱਗਿਆ। ਸੋ ਹਾਫ σ² A² ε0 AD ਮੇਰਾ ਉੱਪਰ ਚਲਿਆ ਗਿਆ। ਸੋ ਇੱਕ A ਮੇਰਾ ਇੱਥੋਂ ਕੈਂਸਲ ਹੋ ਜਾਏਗਾ ਐਂਡ ਆਈ ਵਿਲ ਗੈਟ એનર્ਜੀ ਐਜ਼ ਹਾਫ σ² A × D/ε0। ਹੁਣ ਮੈਨੂੰ ਪਤਾ ਵੀ એનર્ਜੀ ਦਾ ਫਾਰਮੂਲਾ, ਇਲੈਕਟ੍ਰਿਕ ਫੀਲਡ ਦਾ ਫਾਰਮੂਲਾ। ਇਲੈਕਟ੍ਰਿਕ ਫੀਲਡ ਪੈਰਲਲ ਪਲੇਟ ਕੈਪੈਸਿਟਰ ਦੇ ਕੇਸ ਦੇ ਵਿੱਚ σ/ε0 ਅਸੀਂ ਪੜ੍ਹ ਚੁੱਕੇ ਹਾਂ ਆਲਰੇਡੀ। ਤੋ ਇੱਥੇ ਮੈਂ
ਸਿਗਮਾ ਓਵਰ ਐਪਸਾਈਲਨ ਨੋਟ ਤੋਂ ਸਿਗਮਾ ਦੀ ਵੈਲਿਊ ਪੁੱਟ ਕਰ ਦੂੰਗਾ E ਇੰਟੂ ਐਪਸਾਈਲਨ ਨੋਟ। ਸੋ ਹਾਫ E ਸਕੇਅਰ ਐਪਸਾਈਲਨ ਨੋਟ ਸਕੇਅਰ A ਇੰਟੂ D ਅਪੋਨ ਐਪਸਾਈਲਨ ਨੋਟ। ਇੱਕ ਮੇਰਾ ਐਪਸਾਈਲਨ ਨੋਟ ਕੈਂਸਲ ਹੋ ਗਿਆ। ਸੋ U I will get in terms of electric field as E ਸਕੇਅਰ ਐਪਸਾਈਲਨ ਨੋਟ A ਇੰਟੂ D। ਇੱਕ ਟਰਮ ਇੱਥੇ ਫਿਰ ਵੀ ਹਜੇ ਇੰਪੋਰਟੈਂਟ ਆ, ਜੇਕਰ ਮੈਂ એનર્ਜੀ ਪਰ ਯੂਨਿਟ ਵੋਲੀਅਮ ਕੱਢਾਂ ਸਮੋਲ u, ਦਿਸ ਇਜ਼ એનર્ਜੀ ਪਰ ਯੂਨਿਟ ਵੋਲੀਅਮ। ਕਿਵੇਂ ਕੱਢੂੰਗਾ? u ਬਟੇ a ਇੰਟੂ d ਇਜ਼ ਦੀ ਵੋਲੀਅਮ ਆਫ ਦੀ ਕਪੈਸਿਟਰ, ਕਿਉਂਕਿ ਕਪੈਸਿਟਰ ਦੀਆਂ ਪਲੇਟਾਂ ਇੱਦਾਂ ਨੇ, ਵਿਚਾਲੇ ਜਿਹੜੀ ਜਗ੍ਹਾ ਬਚ ਗਈ ਉਹ ਵੋਲੀਅਮ ਬਣ ਗਿਆ 3D ਦੇ ਵਿੱਚ। ਸੋ ਏਰੀਆ ਇੰਟੂ ਡਿਸਟੈਂਸ ਬਿਟਵੀਨ ਦੀ ਪਲੇਟਸ ਬਣ ਗਿਆ ਮੇਰੇ ਕੋਲੇ ਵੋਲੀਅਮ। એનર્ਜੀ ਆਫ ਏ ਕਪੈਸਿਟਰ ਪਰ ਯੂਨਿਟ ਵੋਲੀਅਮ, ਇਹ ਕਿਹਦੇ ਬਰਾਬਰ ਆ ਗਿਆ? ਹਾਫ ਐਪਸਾਈਲਨ ਨੋਟ E square. This is the most important result which you will find in your competitive examinations. ਸੋ ਇਸ ਤਰੀਕੇ ਦੇ ਨਾਲ ਆਪਾਂ ਕਪੈਸਿਟਰ ਦੇ ਵਿੱਚ ਅੱਜ ਦੇ ਲੈਕਚਰ 'ਚ ਪੜ੍ਹਿਆ ਵੀ ਸੀਰੀਜ਼ ਦੇ ਵਿੱਚ ਪੈਰਲਲ ਦੇ ਵਿੱਚ ਕਿਵੇਂ ਇਹਨੂੰ ਕਨੈਕਟ ਕਰਨਾ ਟੂ ਹੈਵ ਏ ਇਫੈਕਟਿਵ ਕਪੈਸਿਟੈਂਸ ਵੈਲਿਊ। ਸੈਕੰਡਲੀ એનર્ਜੀ ਸਟੋਰਡ ਇਨ ਏ ਕਪੈਸਿਟਰ ਅਸੀਂ ਕਿਵੇਂ ਕਰਨਾ, ਉਹਦੇ ਵਾਸਤੇ ਸਾਡੇ ਕੋਲ 3 ਫਾਰਮੂਲੇਜ਼ ਇਹ ਆਏ ਨੇ। ਇਹਨਾਂ ਦੀਆਂ ਵੈਲਿਊ ਜਿਹੜੀਆਂ ਸਾਨੂੰ ਕੁਐਸਚਨ ਦੇ ਵਿੱਚ ਪਤਾ ਹੋਣਗੀਆਂ ਉਹਦੇ ਹਿਸਾਬ ਨਾਲ ਅਸੀਂ એનર્ਜੀ ਕੱਢ ਸਕਦੇ ਹਾਂ, ਐਂਡ ਨਾਲ ਦੀ ਨਾਲ એનર્ਜੀ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ ਕੱਢ ਸਕਦੇ ਹਾਂ। ਜੇਕਰ ਅਸੀਂ એનર્ਜੀ ਪਰ ਯੂਨਿਟ ਵੋਲੀਅਮ ਕੱਢਣੀ ਆ, ਉਹ ਅਸੀਂ ਹਾਫ ਐਪਸਾਈਲਨ ਨੋਟ E ਸਕੇਅਰ ਦਾ ਫਾਰਮੂਲਾ ਯੂਜ਼ ਕਰ ਸਕਦੇ ਹਾਂ। ਸੋ ਮੈਨੂੰ ਉਮੀਦ ਆ ਵੀ ਅੱਜ ਵਾਲੇ ਲੈਕਚਰ ਦੇ ਵਿੱਚ ਤੁਹਾਨੂੰ ਇਹ ਸਮਝ ਲੱਗ ਗਿਆ ਹੋਏਗਾ ਤੇ ਈਜ਼ੀ ਸੀਗਾ ਕਪੈਸਿਟੈਂਸ। ਇਹਦੇ ਕੁਐਸਚਨ ਜਿਹੜੇ ਨਾਲ ਦੇ ਹੈਗੇ ਆ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਕਰ ਸਕਦੇ ਹੋ। ਐਨੀ ਕੁਐਸਚਨਸ ਆਫ ਯੂ ਆਰ ਮੋਸਟ ਵੈਲਕਮ। ਸੋ ਥੈਂਕ ਯੂ ਵੈਰੀ ਮੱਚ, ਹੈਵ ਅ ਨਾਈਸ ਡੇ।